महाराज के चरण कमल धर्मास श्रेष्ठ गुरु तुम जगत के तीन लोक के नाथ वाल्मीकि
की जय। जो बोले सो निरभय भगवान वाल्मीकि महाराज की जय। गुरु रूप साध संगत जी, ਅੱਜ ਸਾਡੇ ਸਾਰਿਆਂ ਲਈ ਬੜਾ ਖੁਸ਼ੀਆਂ ਭਰ ਦਿਨ ਆਇਆ ਹੈ। ਅੱਜ ਸਾਡੇ ਗੁਰੂ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਜਨਮ ਦਿਵਸ ਹੈ ਔਰ ਇਸ ਉਹਨਾਂ ਦੇ ਜਨਮ ਉਤਸਵ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਅਸੀਂ ਗੁਰੂ ਘਰ ਵਿੱਚ ਸਾਰੇ ਉਪਸਥਿਤ ਹੋਏ ਹਾਂ। ਸਭ ਤੋਂ ਪਹਿਲਾਂ ਆਈ ਸੰਗਤ ਨੂੰ ਗੁਰੂ ਘਰ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਇਸ ਦੇ ਨਾਲ ਜਿੰਨੇ ਵੀ ਭਗਵਾਨ ਵਾਲਮੀਕ ਜੀ ਦੇ ਸਾਰੇ ਸੰਸਾਰ ਦੇ ਸ਼ਰਧਾਲੂ ਹਨ ਉਹ ਵੀ ਅੱਜ ਵਧਾਈ ਦੇ ਪਾਤਰ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਹੁਣ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਨਾਲ ਜੁੜੀਏ ਔਰ ਸਭ ਤੋਂ ਪਹਿਲਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ। ਸਤ ਚਿਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਇਹ ਸਰਬ ਜੀਵ ਪਾਸਦੇ ਹਨ ਤੇ ਜਿਸ ਵਿੱਚ ਇਹ ਸਭ ਜੀਵ ਲੀਨ ਹੁੰਦੇ ਹਨ ਤੇ ਸਭ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਕਰਕੇ ਜੀਵ ਜਿਉਂਦੇ ਹਨ ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਸਾਨੂੰ ਨਿਰਵਾਣ ਪ੍ਰਕਰਮ ਚ ਉਪਦੇਸ਼ ਕਰਦੇ ਹਨ ਕਿ ਜੋ ਜੀਵ ਇਸ ਸੰਸਾਰ ਦੇ ਵਿੱਚ ਪੈਦਾ ਹੁੰਦੇ ਹਨ ਉਹਨਾਂ ਦਾ ਆਪਣੀ ਆਤਮਾ ਔਰ ਪਰਮਾਤਮਾ ਦੇ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਇਹ ਜੋ ਉਪਦੇਸ਼ ਭਗਵਾਨ ਵਾਲਮੀਕ ਜੀ ਦਾ ਬਾਣੀ ਇਹ ਵਸ਼ਿਸ਼ਟ ਜੀ ਰਾਮਚੰਦਰ ਨੂੰ ਵੀ ਦੇ ਰਹੇ ਹਨ, ਜਿਸ ਨੂੰ ਪਾ ਕੇ ਰਾਮਚੰਦਰ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਜਿਵੇਂ ਮਨੁੱਖ ਆਤਮ ਪਦ ਨੂੰ ਪ੍ਰਾਪਤ ਕਰਦਾ ਹੈ, ਸੁਣੋ, ਜਦ ਹੰਕਾਰ ਰਹਿਤ ਹੁੰਦਾ ਹੈ ਤਦ ਆਤਮ ਪਦ ਨੂੰ ਪ੍ਰਾਪਤ ਹੁੰਦਾ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਜੋ ਜੀਵ ਹਨ ਉਹ ਕਿਸ ਤਰ੍ਹਾਂ ਉਸ ਪਰਮਾਤਮਾ ਨੂੰ ਪਾ ਸਕਦੇ ਹਨ, ਆਪਣੀ ਆਤਮਾ ਨੂੰ ਕਿਸ ਤਰ੍ਹਾਂ ਪਹਿਚਾਨ ਸਕਦੇ ਹਨ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਹੰਕਾਰ ਦਾ ਤਿਆਗ ਕਰਨਾ ਹੈ। ਜਦੋਂ ਹੰਕਾਰ ਰਹਿਤ ਹੋਣਗੇ ਫਿਰ ਉਹ ਆਪਣੀ ਆਤਮਾ ਦੀ ਪਹਿਚਾਨ ਕਰ ਸਕਦੇ ਹਨ ਤੇ ਉਹ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੋ ਸਕਦਾ ਹੈ। ਜੋ ਸਰਬ ਆਤਮਾ ਹੈ ਉਸ ਦਾ ਪਰਦਾ ਕਰਨ ਵਾਲੀ ਅਵਿਦਿਆ ਹੀ ਹੈ ਕਿ ਜੋ ਸਾਡੀ ਆਤਮਾ ਹੈ ਅਸੀਂ ਕਿਉਂ ਉਸ ਨੂੰ ਦੇਖ ਨਹੀਂ ਸਕਦੇ, ਉਹਦੀ ਪਹਿਚਾਨ ਨਹੀਂ ਕਰ ਸਕਦੇ, ਕਿਉਂਕਿ ਸਾਡੇ ਵਿੱਚ ਇਹ ਗਿਆਨਤਾ ਹੈ ਔਰ ਉਹ ਗਿਆਨਤਾ ਨੇ ਇਹੋ ਜਿਹਾ ਪਰਦਾ ਕੀਤਾ ਹੈ ਕਿ ਅਸੀਂ ਆਪਣੀ ਆਤਮਾ ਦੀ ਪਹਿਚਾਨ ਨਹੀਂ ਕਰ ਪਾ ਰਹੇ। ਇਹ ਜੋ ਅਵਿਦਿਆ ਹੈ, ਅਗਿਆਨਤਾ ਹੈ, ਇਹ ਹੀ ਸਭ ਤੋਂ ਵੱਡੀ ਉਪਾਧੀ ਹੈ। ਜਿਵੇਂ ਸੂਰਜ ਮੰਡਲ ਨੂੰ ਬੱਦਲ ਢੱਕ ਲੈਂਦਾ ਹੈ ਤਿਵੇਂ ਹੀ ਅਵਿਦਿਆ ਆਤਮਾ ਦਾ ਪਰਦਾ ਕਰਦੀ ਹੈ ਕਿ ਦੇਖੋ ਸੂਰਜ ਜਿਹੜਾ ਹੁੰਦਾ ਹੈ ਉਹ ਜਦੋਂ ਉਸ ਦੀਆਂ ਕਿਰਨਾਂ ਸਾਰੇ ਪਾਸੇ ਫੈਲਦੀਆਂ ਹਨ, ਸਾਰੇ ਪਾਸੇ ਰੋਸ਼ਨੀ ਹੋ ਜਾਂਦੀ ਹੈ, ਪਰ ਜਦੋਂ ਸੂਰਜ ਦੇ ਮੋਰੇ ਬੱਦਲ ਆ ਜਾਂਦੇ ਹਨ ਉਹਨੂੰ ਢੱਕ ਲੈਂਦੇ ਹਨ ਤੇ ਉਹ ਜੋ ਪ੍ਰਕਾਸ਼ ਹੈ ਸੂਰਜ ਦਾ ਉਹ ਧਰਤੀ ਤੇ ਉੱਤੇ ਨਹੀਂ ਪਹੁੰਚਦਾ। ਬਿਲਕੁਲ ਇਸੇ ਹੀ ਤਰ੍ਹਾਂ ਜੋ ਅਵਿਦਿਆ ਹੈ, ਅਗਿਆਨਤਾ ਹੈ, ਇਹ ਇੱਕ ਪਰਦੇ ਦੀ ਤਰ੍ਹਾਂ ਸਾਡੇ ਵਿੱਚ ਔਰ ਆਤਮਾ ਦੇ ਵਿੱਚ ਆ ਜਾਂਦੀ ਹੈ। ਉਸ ਅਵਿਦਿਆ ਕਰਕੇ ਮੂਰਖ ਮਤਵਾਲੇ ਦੀ ਤਰ੍ਹਾਂ ਚੇਸ਼ਟਾ ਕਰਦੇ ਨੇ ਤੇ ਜੋ ਅਹੰਤਾ ਤੋਂ ਰਹਿਤ ਗਿਆਨਵੰਤ ਪੁਰਸ਼ ਨੇ ਉਹਨਾਂ ਨੂੰ ਕੋਈ ਦੁੱਖ ਨਹੀਂ ਵਾਪਰਦਾ। ਉਹ ਸੰਦੇਹ ਵੀ ਦੁੱਖ ਰਹਿਤ ਹੁੰਦਾ ਹੈ।
ਇਹ ਜੋ ਗਿਆਨਤਾ ਹੈ, ਇਹ ਜੋ ਅਵਿਦਿਆ ਹੈ ਜੀਵਾਂ ਦੇ ਵਿੱਚ, ਇਹ ਜੀਵਾਂ ਨੂੰ ਮਤਵਾਲੇ ਬਣਾ ਦਿੰਦੀ ਹੈ। ਔਰ ਜੋ ਵੀ ਕਾਰਜ ਕਰਦੇ ਹਨ ਉਹ ਮੂਰਖਤਾ ਦੇ ਨਾਲ ਕਰਦੇ ਹਨ। ਪਰ ਜਿਹੜੇ ਗਿਆਨਵੰਤ ਜੀਵ ਹਨ, ਜਿਨ੍ਹਾਂ ਨੇ ਗਿਆਨਤੀ ਪ੍ਰਾਪਤੀ ਕੀਤੀ ਹੈ, ਉਹਨਾਂ ਦੇ ਵਿੱਚੋਂ ਹੰਕਾਰ, ਇਹ ਅਹੰਤਾ ਦੂਰ ਹੋ ਗਈ ਹੈ ਤੇ ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਵਾਪਰਦਾ। ਉਹ ਸੰਦੇਹ ਵੀ ਦੁੱਖ ਰਹਿਤ ਹੁੰਦਾ ਹੈ। ਜਿਵੇਂ ਕੰਧ ਤੇ ਲਿਖੀ ਯੁੱਧ ਦੀ ਫੌਜ ਵੇਖਣ ਮਾਤਰ ਨੂੰ ਅਧੀਰ ਦਿਸਦੀ ਹੈ ਪਰ ਸ਼ਾਂਤ ਹੁੰਦੀ ਹੈ, ਤਿਵੇਂ ਹੀ ਗਿਆਨਵੰਤ ਦੀ ਚੇਸ਼ਟਾ ਵਿੱਚ ਵੀ ਰੰਜ ਦਿਸਦਾ ਹੈ ਪਰ ਉਹ ਸਦਾ ਸ਼ਾਂਤ ਤੇ ਨਿਰਵਾਣ ਰੂਪ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਕੰਧ ਦੇ ਉੱਤੇ ਤਸਵੀਰ ਬਣਾਈ ਹੋਈ ਹੋਵੇ, ਉਹਦੇ ਵਿੱਚ ਅਸੀਂ ਫੌਜ ਦੇਖੀਏ ਔਰ ਫੌਜ ਹਮੇਸ਼ਾ ਲੜਾਈ ਕਰਦੀ ਨਜ਼ਰ ਆਉਂਦੀ ਹੈ, ਪਰ ਉਹ ਤਸਵੀਰ ਹੈ ਇਸ ਕਰਕੇ ਬਿਲਕੁਲ ਸ਼ਾਂਤ ਲੱਗਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜੋ ਗਿਆਨੀ ਜੀਵ ਹਨ, ਗਿਆਨਵੰਤ ਜੀਵ ਹਨ, ਉਹ ਜੋ ਵੀ ਕਾਰਜ ਕਰਦੇ ਹਨ, ਉਹ ਭਾਵੇਂ ਉਹਨਾਂ ਦੇ 'ਚ ਰੰਜ ਹੁੰਦਾ ਹੈ ਪਰ ਉਹ ਸਦਾ ਸ਼ਾਂਤ ਤੇ ਨਿਰਵਾਣ ਰੂਪ ਹਨ ਕਿ ਉਹਨਾਂ ਦੀ ਜਿਹੜੀ ਬਿਰਤੀ ਹੈ ਉਹ ਹਮੇਸ਼ਾ ਪਰਮਾਤਮਾ ਦੇ ਵਿੱਚ ਜੁੜੀ ਹੁੰਦੀ ਹੈ। ਉਹ ਸਾਰੇ ਆਪਣੇ ਸੰਸਾਰਿਕ ਕਾਰਜ, ਆਪਣੇ ਫਰਜ਼ ਪੂਰੇ ਕਰਦੇ ਹਨ। ਉਹ ਵਾਸ਼ਨਾ ਸਹਿਤ ਦਿਸਦਾ ਹੈ ਪਰ ਸਦਾ ਵਾਸ਼ਨਾ ਤੋਂ ਮੁਕਤ ਹੈ। ਇਹੋ ਜਿਹੇ ਜਿਹੜੇ ਗਿਆਨੀ ਜੀਵ ਹਨ ਉਹ ਵੀ ਸਾਡੇ ਵਰਗੇ ਇਸ ਤਰ੍ਹਾਂ ਲੱਗਦੇ ਹਨ ਕਿ ਉਹਨਾਂ ਦੇ ਵਿੱਚ ਵਾਸਨਾ ਹੈ ਪਰ ਉਹ ਸਦਾ ਆਪਣੀ ਵਾਸਨਾ ਤੋਂ ਮੁਕਤ ਹੋ ਜਾਂਦੇ ਹਨ। ਜਿਵੇਂ ਪਾਣੀ ਵਿੱਚ ਲਹਿਰ ਤੇ ਚੱਕਰ ਦੇ ਰੰਜ ਦਿਸਦੇ ਹਨ ਪਰ ਉਹ ਪਾਣੀ ਤੋਂ ਵੱਖ ਨਹੀਂ ਹੁੰਦੇ, ਤਿਵੇਂ ਹੀ ਗਿਆਨਵੰਤ ਨੂੰ ਬ੍ਰਹਮ ਤੋਂ ਵੱਖ ਕੁਛ ਨਹੀਂ ਪ੍ਰਤੀਤ ਹੁੰਦਾ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਪਾਣੀ ਵਿੱਚ ਲਹਿਰਾਂ ਉੱਠਦੀਆਂ ਹਨ ਤੇ ਪਾਣੀ ਦੇ ਵਿੱਚ ਚੱਕਰ ਉੱਠਦੇ ਹਨ, ਉਹ ਸਾਨੂੰ ਨਜ਼ਰ ਆਉਂਦੇ ਹਨ ਪਰ ਉਹ ਵੀ ਪਾਣੀ ਹੈ, ਪਾਣੀ ਤੋਂ ਵੱਖ ਨਹੀਂ ਹਨ। ਬਿਲਕੁਲ ਇਸੇ ਹੀ ਤਰ੍ਹਾਂ ਜੋ ਗਿਆਨਵੰਤ ਜੀਵ ਹਨ, ਜਿਨ੍ਹਾਂ ਦੇ ਵਿੱਚ ਗਿਆਨ ਆ ਗਿਆ ਹੈ, ਉਹਨਾਂ ਨੂੰ ਬ੍ਰਹਮ ਤੋਂ ਭਾਵ ਕਿ ਉਹਨਾਂ ਨੂੰ ਉਸ ਪ੍ਰਭੂ ਪਰਮਾਤਮਾ ਤੋਂ ਵੱਖ ਕੁਛ ਨਹੀਂ ਪ੍ਰਤੀਤ ਹੁੰਦਾ। ਜਿਸ ਦੇ ਹਿਰਦੇ ਤੋਂ ਦ੍ਰਿਸ਼ ਭਾਵ ਸ਼ਾਂਤ ਹੋ ਗਿਆ ਹੈ ਪਰ ਬਾਹੋਂ ਰੰਜ ਦਿਸਦਾ ਹੈ, ਤਾਂ ਵੀ ਉਹ ਮੁਕਤ ਰੂਪ ਹੈ ਕਿ ਜਿਸ ਇਨਸਾਨ ਦੇ ਹਿਰਦੇ ਚੋਂ ਇਸ ਸੰਸਾਰ ਦੀ ਭਾਵਨਾ ਦੂਰ ਹੋ ਗਈ ਹੈ ਪਰ ਬਾਹਰੋਂ ਉਹ ਸਾਰੇ ਆਪਣੇ ਕਾਰਜ ਕਰਦਾ ਨਜ਼ਰ ਆਉਂਦਾ ਹੈ, ਉਹ ਫਿਰ ਵੀ ਮੁਕਤ ਹੈ। ਜਿਵੇਂ ਬੱਦਲ ਆਕਾਸ਼ ਵਿੱਚ ਹਾਥੀ, ਘੋੜਾ ਤੇ ਪਹਾੜ ਦੇ ਰੂਪ ਵਿੱਚ ਦਿਸਦੇ ਨੇ ਪਰ ਹੈ ਕੁਝ ਨਹੀਂ, ਤਿਵੇਂ ਹੀ ਇਹ ਜਗਤ ਦਿਸਦਾ ਹੈ ਪਰ ਅਸਲ ਵਿੱਚ ਕੁਝ ਨਹੀਂ ਹੈ। ਭਗਵਾਨ ਵਾਲਮੀਕ ਜੀ ਉਦਾਹਰਣ ਦਿੰਦੇ ਹਨ ਔਰ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਆਕਾਸ਼ ਵਿੱਚ ਕਈ ਵਾਰੀ ਅਸੀਂ ਬੱਦਲ ਦੇਖਦੇ ਹਨ ਤਾਂ ਇਸ ਤਰ੍ਹਾਂ ਲੱਗਦੇ ਹਨ ਕਿ ਉਹ ਹਾਥੀ, ਘੋੜੇ ਤੇ ਪਹਾੜ ਦੇ ਰੂਪ ਵਿੱਚ ਸਾਨੂੰ ਨਜ਼ਰ ਆਉਂਦੇ ਹਨ, ਪਰ ਉਹ ਬੱਦਲ ਹੁੰਦੇ ਹਨ, ਕੁਝ ਬਦਲਾਂ ਤੋਂ ਬਗੈਰ ਕੁਝ ਨਹੀਂ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜਗਤ ਦਿਸਦਾ ਹੈ ਪਰ ਅਸਲ ਵਿੱਚ ਕੁਝ ਨਹੀਂ ਹੈ। ਅਹੰਕਾਰ ਕਰਕੇ ਪ੍ਰਤੀਤ ਹੁੰਦਾ ਹੈ ਤੇ ਅਹੰਕਾਰ ਤੋਂ ਰਹਿਤ ਹੋਣ ਤੇ ਵਿਕਾਰ ਰਹਿਤ ਸ਼ਾਂਤ ਰੂਪ ਹੋ ਜਾਂਦਾ ਹੈ। ਕਿਉਂਕਿ ਸਾਡੇ ਵਿੱਚ ਅਹੰਕਾਰ ਹੈ, ਸਾਡੇ ਵਿੱਚ ਮੈਂ ਹੈ, ਇਸ ਕਰਕੇ ਸੰਸਾਰ ਤੁਹਾਨੂੰ ਸੱਚ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਤੇ ਜੇ ਅਸੀਂ ਹੰਕਾਰ ਤੋਂ ਰਹਿਤ ਹੋ ਜਾਈਏ, ਅਸੀਂ ਵਿਕਾਰਾਂ ਤੋਂ ਰਹਿਤ ਹੋ ਜਾਈਏ ਤੇ ਇਹ ਜੋ ਸੰਸਾਰ ਹੈ ਇਹਦੀ ਸੱਚਾਈ ਸਾਡੇ ਤੋਂ ਦੂਰ ਹੋ ਜਾਂਦੀ ਹੈ। ਅਜਿਹਾ ਜੋ ਹੰਕਾਰ ਰਹਿਤ ਆਤਮ ਪਦ ਹੈ ਉਸ ਨੂੰ ਪਾ ਕੇ ਗਿਆਨਵਾਨ ਸ਼ੋਭਾਇਮਾਨ ਹੁੰਦਾ ਹੈ। ਔਰ ਉਹ ਜੋ ਗਿਆਨੀ ਜੀਵ ਜਿਨ੍ਹਾਂ ਨੇ ਆਪਣੇ ਵਿੱਚੋਂ ਹੰਕਾਰ ਨੂੰ ਦੂਰ ਕਰ ਦਿੱਤਾ ਹੈ, ਹੰਕਾਰ ਰਹਿਤ ਹੋ ਕੇ ਉਹਨਾਂ ਨੇ ਆਪਣੀ ਆਤਮਾ ਨੂੰ ਪਹਿਚਾਨਿਆ ਹੈ, ਉਹ ਪਰਮਾਤਮਾ ਦੇ ਪਦ ਉਹਨਾਂ ਨੇ ਪਾ ਲਿਆ ਹੈ,
ਉਸ ਨੂੰ ਪਾ ਕੇ ਇਹ ਜੋ ਗਿਆਨੀ ਜੀਵ ਹੁੰਦੇ ਹਨ ਸੰਸਾਰ ਦੇ ਵਿੱਚ ਬੜੀ ਸ਼ੋਭਾ ਪਾਉਂਦੇ ਹਨ। ਸਰਦ ਕਾਲ ਦਾ ਆਕਾਸ਼, ਖੀਰ ਸਮੁੰਦਰ ਤੇ ਪੂਰਨਮਾਸ਼ੀ ਤੇ ਚੰਦਰਮਾ ਵੀ ਇਸ ਤਰ੍ਹਾਂ ਨਹੀਂ ਸ਼ੋਭਾ ਪਾਉਂਦਾ ਜਿਵੇਂ ਗਿਆਨਵੰਤ ਮਨੁੱਖ ਸ਼ੋਭਾ ਪਾਉਂਦਾ ਹੈ। ਕਿ ਦੇਖੋ ਸਰਦ ਕਾਲ ਦਾ ਜੋ ਆਕਾਸ਼ ਹੁੰਦਾ ਹੈ ਪਤਝੜ ਦੇ ਮੌਸਮ ਦੇ ਵਿੱਚ ਉਹ ਬੜਾ ਸਾਫ਼ ਨਜ਼ਰ ਆਉਂਦਾ ਹੈ। ਖੀਰ ਸਮੁੰਦਰ ਹੁੰਦਾ ਹੈ ਉਹ ਵੀ ਬੜਾ ਸਾਫ਼ ਸੁਥਰਾ ਹੁੰਦਾ ਹੈ ਤੇ ਪੂਰਨਮਾਸ਼ੀ ਦਾ ਜਿਹੜਾ ਚੰਦਰ ਹੁੰਦਾ ਹੈ ਉਹ ਵੀ ਬੜਾ ਸੋਹਣਾ ਦੇਖਣ ਨੂੰ ਲੱਗਦਾ ਹੈ। ਪਰ ਉਹਨਾਂ ਦੇ ਵਿੱਚ ਉਹ ਸ਼ੋਭਾ ਨਹੀਂ ਹੈ ਜਿਹੜੀ ਗਿਆਨਵੰਤ ਜੀਵਾਂ ਦੇ ਵਿੱਚ ਸ਼ੋਭਾ ਆ ਜਾਂਦੀ ਹੈ। ਗਿਆਨ ਦੇ ਨਾਲ ਜਿਹੜੇ ਜੀਵ ਸ਼ੋਭਾਇਮਾਨ ਹੁੰਦੇ ਹਨ ਉਹਨਾਂ ਵਰਗਾ ਹੋਰ ਕੋਈ ਸੰਸਾਰ ਦੇ ਵਿੱਚ ਨਹੀਂ ਹੈ। ਹੋਮੇ ਹੀ ਇਸ ਮਨੁੱਖ ਦੀ ਮੈਲ ਹੈ। ਇਹ ਜੋ ਸਾਡੇ ਵਿੱਚ ਅਹੰਕਾਰ ਹੈ, ਇਹ ਜਿਹੜੀ ਸਾਡੀ ਮੈਂ ਹੈ, ਇਹ ਹੀ ਜੀਵਾਂ ਦੇ ਵਿੱਚ ਇੱਕ ਮੈਲ ਦੀ ਤਰ੍ਹਾਂ ਹੈ। ਜਦ ਹੋਮੇ ਨਸ਼ਟ ਹੋਵੇ ਤਦ ਸਰੂਪ ਦੀ ਪ੍ਰਾਪਤੀ ਹੋਵੇ ਤੇ ਸੰਸਾਰ ਦੇ ਪਦਾਰਥਾਂ ਦੀ ਭਾਵਨਾ ਨਿਵਰਤ ਹੋਵੇ ਕਿਉਂਕਿ ਉਹ ਪਰਮ ਤੋਂ ਉਪਜੀ ਸੀ। ਜਦੋਂ ਇਹ ਹੋਮੇ, ਇਹ ਸਾਡੀ ਜਿਹੜੀ ਮੈਂ ਹੈ, ਸਾਡਾ ਜਿਹੜਾ ਅਹੰਕਾਰ ਹੈ, ਜਦੋਂ ਇਹ ਨਸ਼ਟ ਹੋ ਜਾਵੇ ਤਾਂ ਫਿਰ ਸਾਨੂੰ ਸਰੂਪ, ਉਹ ਪਰਮਾਤਮਾ ਦਾ ਰੂਪ ਜਿਹੜਾ ਸਾਡੇ ਵਿੱਚ ਬਿਰਾਜਮਾਨ ਹੈ, ਉਸ ਦੀ ਪ੍ਰਾਪਤੀ ਹੋਵੇਗੀ ਤੇ ਸੰਸਾਰ ਦੇ ਜੋ ਵੀ ਪਦਾਰਥ ਹਨ ਇਹਨਾਂ ਦੀ ਭਾਵਨਾ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਕਿਉਂਕਿ ਇਹ ਸੰਸਾਰ ਔਰ ਸੰਸਾਰ ਦੇ ਜਿਹੜੇ ਭੋਗ ਪਦਾਰਥ ਹਨ ਇਹ ਭਰਮ ਦੇ ਨਾਲ ਉਪਜੇ ਸਾਨੂੰ ਨਜ਼ਰ ਆਉਂਦੇ ਹਨ। ਜੋ ਵਸਤੂ ਭਰਮ ਤੋਂ ਉਪਜੀ ਹੁੰਦੀ ਹੈ ਉਸ ਦਾ ਭਰਮ ਤਾਂ ਦੂਰ ਹੋਣ ਤੇ ਦੂਰ ਹੋ ਜਾਂਦੀ ਹੈ ਔਰ ਜਦੋਂ ਸਾਡੇ ਵਿੱਚੋਂ ਭਰਮ ਭੁਲੇਖੇ ਦੂਰ ਹੋ ਜਾਂਦੇ ਹੈ ਤਾਂ ਜਿਹੜੀ ਵਸਤੂ ਭਰਮ ਦੇ ਨਾਲ ਸਾਨੂੰ ਉਪਜੀ ਨਜ਼ਰ ਆਉਂਦੀ ਹੈ, ਜਿਸ ਤਰ੍ਹਾਂ ਇਹ ਸੰਸਾਰ ਹੈ, ਉਹ ਭਰਮ ਦੂਰ ਹੋਣ ਦੇ ਨਾਲ ਉਸ ਸੰਸਾਰ ਦੀ ਸੱਚਾਈ ਜਿਹੜੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਔਰ ਫਿਰ ਸਾਨੂੰ ਪਤਾ ਚੱਲਦਾ ਹੈ ਇਹ ਸੰਸਾਰ ਤਾਂ ਇੱਕ ਮਿਥਿਆ ਭਰਮ ਹੈ, ਇੱਕ ਝੂਠ ਦੀ ਤਰ੍ਹਾਂ ਹੈ। ਜਿਵੇਂ ਆਕਾਸ਼ ਵਿੱਚ ਧੂਏ ਦਾ ਬੱਦਲ ਤਰ੍ਹਾਂ ਤਰ੍ਹਾਂ ਦੇ ਆਕਾਰ ਵਿੱਚ ਦਿਸਦਾ ਹੈ ਪਰ ਉਹ ਆਕਾਰ ਹੈ ਨਹੀਂ, ਤਿਵੇਂ ਹੀ ਇਹ ਸੰਸਾਰ ਹੋਣ ਤੋਂ ਬਿਨਾਂ ਹੀ ਪ੍ਰਤੀਤ ਹੁੰਦਾ ਹੈ ਤੇ ਵਿਚਾਰ ਕਰਨ ਨਾਲ ਨਹੀਂ ਹੁੰਦਾ। ਕਿ ਜਿਵੇਂ ਭਗਵਾਨ ਮਾਮੀ ਜੀ ਉਦਾਹਰਨ ਦੇ ਕੇ ਸਮਝਾਉਂਦੇ ਹਨ, ਆਕਾਸ਼ ਵਿੱਚ ਧੂਏ ਦਾ ਬੱਦਲ ਬੜੇ ਵੱਖਰੇ ਵੱਖਰੇ ਆਕਾਰ ਉਸ ਵਿੱਚ ਨਜ਼ਰ ਆਉਂਦੇ ਹਨ ਪਰ ਉਹਨਾਂ ਦੇ ਵਿੱਚ ਕੋਈ ਆਕਾਰ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸੰਸਾਰ ਹੈ ਇਹਦੀ ਕੋਈ ਹੋਂਦ ਨਹੀਂ ਹੈ, ਬਿਨਾਂ ਹੋਂਦ ਤੋਂ ਹੀ ਇਹ ਸਾਡੇ ਸਾਹਮਣੇ ਆ ਗਿਆ ਹੈ ਔਰ ਸਾਨੂੰ ਸੱਚ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਪ੍ਰਤੀਤ ਹੁੰਦਾ ਹੈ। ਪਰ ਜੇ ਅਸੀਂ ਵਿਚਾਰ ਕਰੀਏ, ਸੱਚ ਦੇ ਨਾਲ ਜੁੜਾਂਗੇ ਤਾਂ ਇਹਦੀ ਹੋਂਦ ਜਿਹੜੀ ਹੈ ਖਤਮ ਹੋ ਜਾਵੇਗੀ। ਇਹ ਜੋ ਸੰਸਾਰ ਸਾਡੇ ਮਨ ਦੀ ਕਲਪਨਾ ਜੋ ਇਸ ਨੂੰ ਕੱਢਦੀ ਹੈ, ਅਸੀਂ ਵਿਚਾਰ ਕਰਾਂਗੇ ਤੇ ਅਸੀਂ ਇਸ ਦੀ ਹੋਂਦ ਨੂੰ ਇੱਕ ਝੂਠ ਦੀ ਤਰ੍ਹਾਂ ਸਮਝਾਂਗੇ। हे राम, जब तक संसार ਦੀ ਵਾਸ਼ਨਾ ਹੈ ਤਦ ਤੱਕ ਬੰਧਨ ਹੈ। ਜਦ ਵਾਸ਼ਨਾ ਨਿਵਰਤ ਹੋਵੇ ਤਦ ਆਤਮ ਪਦ ਦੀ ਪ੍ਰਾਪਤੀ ਹੋਵੇ, ਸਾਰੀ ਕਲਾ ਮਿਟ ਜਾਵੇ ਤੇ ਇੰਦਰੀਆਂ ਦੇ ਭਲੇ ਬੁਰੇ ਵਿੱਚ ਬਰਾਬਰ ਬੁੱਧੀ ਹੋਵੇ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਜਿੰਨੀ ਦੇਰ ਤੱਕ ਇਹ ਸੰਸਾਰ ਦੀ ਵਾਸਨਾ ਸਾਡੇ ਵਿੱਚ ਹੈ ਉਨੀ ਦੇਰ ਤੱਕ ਅਸੀਂ ਸੰਸਾਰ ਦੇ ਨਾਲ ਬੱਝੇ ਹੋਏ ਹਾਂ ਕਿਉਂਕਿ ਸਾਡੇ ਵਿੱਚ ਇਹ ਵਾਸ਼ਨਾ ਜਿਹੜੀ ਹੈ ਉਹ ਵਾਸ਼ਨਾ ਦਾ ਕਰਕੇ ਅਸੀਂ ਸੰਸਾਰ ਨੂੰ ਸੱਚ ਸਮਝਦੇ ਹਾਂ, ਸੰਸਾਰ ਦੇ ਭੋਗ ਪਦਾਰਥਾਂ ਨੂੰ ਸੱਚ ਸਮਝਦੇ ਹਾਂ ਤੇ ਉਹਨਾਂ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਹਾਂ। ਪਰ ਜਦੋਂ ਵਾਸਨਾ ਜਿਹੜੀ ਸਾਡੀ ਹੈ ਖਤਮ ਹੋ ਜਾਂਦੀ ਹੈ ਫਿਰ ਹੀ ਸਾਨੂੰ ਆਤਮ ਪਦ ਦੀ ਪ੍ਰਾਪਤੀ ਭਾਵ ਕਿ ਸਾਡਾ ਮਿਲਾਪ ਆਤਮਾ ਦੇ ਨਾਲ ਔਰ ਪਰਮਾਤਮਾ ਦੇ ਨਾਲ
हो सकता है सारी कलना मिट जावे तो इंद्रियां दे भले बुरे विच बरादर बुद्धि होवे, फिर की हुंदा है कि ये जिहड़ी कलना है सारी वो मिट जाती है ते जिहड़े साडे शरीरिक इंद्रियां हन इन्हां दे भले बुरे च भी साडी बुद्धि जो है साडी समझ है बराबर हो जाती है, भाव कि साडे विच समता भाव आ जाता है। तद वो जेकर व्यवहार करने वाला होए तां भी शांत रूप है। फिर वो जीव जो भी कारज करे ਉਹਦੇ ਕਰਨ वाला होवे फिर भी वो शांत रूप है। जिवें लोथ नूं प्यार नफरत नहीं पैदा हुंदी तिवें ही ज्ञानी निर्वाण पद नूं प्राप्त हुंदा है, जिस विच सच या झूठ शब्द कोई नहीं, सिर्फ ब्रह्म स्वरूप है। सगों ब्रह्म कहना भी उत्थे नहीं रहिंदा, सिर्फ अद्वैत आदत मात्र है। सो भगवान जी सानूं समझाउंदे हन कि जिस तरह एक लोथ हुंदी है, मरिया होया जीव हुंदा है, ਉਹਦੇ ਵਿੱਚ कोई प्यार नफरत की भावना नहीं हुंदी, तिवें ही जो ज्ञानी जीव हैं वो निर्माण पद नूं प्राप्त हो जाते हैं, भाव के वो अपने मन नूं जित के अपने मन अपने आत्मा विच टिका लैंदे हन ते उस आत्मा नूं फिर वो परमात्मा दे नाल जोड़ लैंदे हन। ये निर्वाण पद की प्राप्ति उन्हां नूं हुंदी है और इस विच ना कोई सच और झूठ वाली गल है, सिर्फ ब्रह्म स्वरूप ही है, सारा उस परमात्मा की शक्ति ही है। सगों ब्रह्म वो परमात्मा कहना भी उत्थे नहीं रहिंदा, वो जिहड़ा पद है वो ते कोई संसारी चीज़ नहीं है, बिल्कुल साफ सुथरा परमात्मा की तरह है, वही ही आत्म तत्व मात्र है। संसार भी वही चेतन आकाश रूप है, जिह जी भावना हुंदी है ओह जिहा चेतन होके प्रतीत हुंदा है। जब जगत की भावना हुंदी है तद तरह तरह के आकार दिसते ने ते ब्रह्म की भावना करके ब्रह्म प्रतीत हुंदा है कि ये जो संसार है ये भी उस परमात्मा का ही चमत्कार है। पर इंसान का मन करके जिहो जी उहदे विच भावना हुंदी है उहो जिहा ही उसनूं अगे प्रतीत हुंदा नज़र आउंदा है। ते जदों उहदे मन दे जगत की भावना हुंदी है ते फिर तरह तरह के संसारी आकार उसनूं नज़र आउंदे ने। ते जे इंसान उस परमात्मा की भावना करे तो उन्होंने परमात्मा भी प्रतीत होगा, परमात्मा भी उन्होंने महसूस होगा, परमात्मा भी उन्होंने मिल जाएगा। जिमें जहर विच जेकर अमृत की भावना हुंदी है तो उसनूं विधि पूर्वक खांदे ने तो जहर भी अमृत हो जाता है, तो जे विधि बिना खाइए तो मौत का कारण हुंदा है। तिवें ही संसार नूं विधि सहित देखिए, भाव विचार करके वेखिए तो ब्रह्म स्वरूप प्रतीत हुंदा है, तो जे विचार बिना वेखिए तो जगत रूप प्रतीत हुंदा है। सो भगवान वाल्मीकि जी सानू उदाहरण दे के समझाते हैं कि जहर हुंदी है और वो जहर दे विच जे साडी ये भावना हुई है कि जहर अमृत है तो उन्होंने असी विधि पूर्वक खाइए तो वो जहर सचमुच ही अमृत हो जाती है। और जे उन्होंने विधि बिना ना उन्होंने किसी तरीके दे नाल ना खाइए तो वही जहर जिहड़ी है और मौत का कारण बन जाती है। बिल्कुल इसे ही तरह ये संसार है, जे असी इसनूं किसी अच्छे तरीके दे नाल देखिए, भाव विचार करके देखिए तो ये भी वो परमात्मा का रूप ही दी तरह सानू नज़र आवेगा। तो जे असी विचार बिना इस संसार को देखिए तो फिर ये जो साढ़े सामने ये दृश्य है, ये जगत है, फिर ये अपना रूप धार लैंदा है, उस तरह प्रतीत हुंदा है। पर विचार तद हुंदा है
जद अहंकार निवृत्त हुंदा है। पर साडे विच परमात्मा दे नाम दा विचार भी उदों ही उपजदा है जदों साडे विचों अहंकार निवृत्त हो जाता है। अहंकार आकाश विच उपजिया है, आकाश सुनता विच उपजिया है, तो सुनता आत्मा दे प्रमाद नाल उपजी है। फिर हंकार तो जगत होया है, तो अहंकार मिथ्या है। सो ये जो आकाश संसार है उसके बारे भगवान वाल्मीकि जी सानू समझाते हैं कि ये जड़ा अहंकार है ये एक खालीपन दे विचों उपजिया है, और जो आकाश है वो खालीपन है, वो सुन है, ते वो सुन्नेपन दा करके असी अपने आत्मा तो दूर हो गए हाँ। ਜਿਹੜੇ ਭਰਮ ਭੁਲੇਖਿਆਂ ਦੇ ਅਸੀਂ ਪੈ ਜਾਂਦੇ ਹਾਂ ਉਹ ਸਾਨੂੰ ਆਤਮਾ ਤੋਂ ਦੂਰ ਕਰਦੀਆਂ ਹਨ, ਔਰ ਜਿਹੜਾ ਸਾਡੇ 'ਚ ਫਿਰ ਅਹੰਕਾਰ ਆ ਜਾਂਦਾ ਹੈ ਉਸ ਦਾ ਕਰਕੇ ਇਹ ਜਗਤ ਜਿਹੜਾ ਹੈ ਇਹ ਸਾਡੇ ਸਾਹਮਣੇ ਆ ਜਾਂਦਾ ਹੈ। ਇਹ ਸੰਸਾਰ ਵੀ ਇੱਕ ਮਿਥਿਆ ਭਰਮ ਹੈ, ਇਸੇ ਹੀ ਤਰ੍ਹਾਂ ਇਹ ਅਹੰਕਾਰ ਵੀ ਇੱਕ ਮਿਥਿਆ ਭਰਮ ਹੈ। ਪਰ ਕਿਉਂਕਿ ਅਸੀਂ ਆਪਣੇ ਮਨ ਦੇ ਮਗਰ ਲੱਗ ਜਾਂਦੇ ਹਾਂ, ਉਹ ਮਨ ਦੀ ਸ਼ਕਤੀ ਜਿਹੜਾ ਚਿੱਤ ਹੈ ਉਹ ਸਾਨੂੰ ਕੰਟਰੋਲ ਕਰਦੀ ਹੈ, ਤੇ ਅਸੀਂ ਇਸ ਸੰਸਾਰ ਨੂੰ ਵੀ ਸੱਚ ਸਮਝਣ ਲੱਗ ਜਾਂਦੇ ਹਾਂ, ਤੇ ਜਿਹੜੀ ਸਾਡੇ ਵਿੱਚ ਮੈਂ ਇਹ ਹੰਕਾਰ ਆ ਜਾਂਦਾ ਹੈ ਉਹ ਵੀ ਸੱਚ ਦੀ ਤਰ੍ਹਾਂ ਸਾਡੇ ਵਿੱਚ ਆ ਜਾਂਦੀ ਹੈ। ਸਰੀਰ ਤੋਂ ਚਿੱਤ ਤੱਕ ਵਿਚਾਰ ਕੇ ਵੇਖੀਏ ਤਾਂ ਕਿਤੇ ਨਹੀਂ ਦਿਸਦੇ। ਇਹਨਾਂ ਵਿੱਚ ਜੋ ਅਹਮ ਪ੍ਰਤੈ ਹੈ ਉਹ ਭੁਲੇਖਾ ਮਾਤਰ ਹੈ। ਜੇ ਅਸੀਂ ਇਹ ਆਪਣੇ ਸਰੀਰ ਨੂੰ ਤੇ ਮਨ ਦੀ ਸ਼ਕਤੀ ਚਿੱਤ ਹੈ ਇਹਨਾਂ ਨੂੰ ਅਸੀਂ ਗਿਆਨ ਵਿਚਾਰ ਦੇ ਨਾਲ ਦੇਖੀਏ ਤਾਂ ਕਿਤੇ ਨਜ਼ਰ ਨਹੀਂ ਆਉਂਦੇ, ਔਰ ਇਹਨਾਂ ਦੇ ਵਿੱਚ ਜੋ ਸਾਡੇ ਵਿੱਚ ਹੰਕਾਰੀ ਚੀਜ਼ ਆ ਗਈ ਹੈ ਉਹ ਇੱਕ ਭੁਲੇਖਾ ਰੂਪ ਹੈ, ਸੱਚ ਨਹੀਂ ਹੈ। ਜਦ ਤੁਸੀਂ ਵਿਚਾਰ ਕੇ ਵੇਖੋਗੇ ਤਦ ਮਿਰਗ ਤ੍ਰਿਸ਼ਨਾ ਦੇ ਪਾਣੀ ਵਾਂਗ ਉਹ ਪ੍ਰਤੀਤ ਹੋਵੇਗਾ, ਪਰ ਜਦੋਂ ਸਾਡੇ ਵਿੱਚ ਸੱਚਾ ਵਿਚਾਰ ਆ ਜਾਵੇਗਾ ਤਾਂ ਇਹ ਜਿਸ ਤਰ੍ਹਾਂ रेगिस्तान दे विच सूरज की चमक पानी वांगू नज़र आती है, वो पानी सच नहीं होता, एक चमक होंदी है। इसे ही तरह ये संसार भी हो जाएगा। भगवान वाल्मीकि जी समझाते हैं कि अजिही भावना करो कि ना मैं हाँ ते ना जगत है। जब अहंकार ही ना रहा तद ख्याल कित्थों होवे। सो भगवान वाल्मीकि जी सानू युक्ति दसदे हन कि वासना नूं किस तरह दूर करना है, ये अहंकार नूं किस तरह दूर करना है। सानू ये भावना करनी चाहिए है, इस तरह सोचना चाहिए है कि ना मैं हाँ ते ना ये जगत है। जद अहंकार ही ना रहा तद ख्याल कित्थे होवे। जदों साडे विचों अहंकार निकल जाएगा तो साडे विचों मन दे विचों ये संवेदन भी दूर हो जाएगा, इच्छा भरी सोच और हंकारी सोच वो भी दूर हो जाएगी। और इसका होना ही अनर्थ है। ये जिहड़ी साडे विचों इच्छा भरी वासना भरी सोच निकलती है, हंकारी सोच निकलती है, ओहो ही अनर्थां दा कारण बनती है। जद अजिहा विचार पैदा हुंदा है तद भोगां दी वासना दा अंत हो जाता है, ते संतां दी संगत हुंदी है, नहीं तो भोग की वासना नष्ट नहीं होंदी। पर जो साडे विच शुद्ध विचार पैदा होंदा है, परमात्मा के नाम का ज्ञान रूपी विचार पैदा होंदा है, तो फिर ये संसारी भोगां दी जिहड़ी साडे विच वासना है, आशा अभिलाषा है, उसका अंत हो जाता है, वो दूर हो जाती है। तो फिर संतां दी जदों संगत हुंदी है तो फिर असी सच दे नाल जुड़ते हाँ, वो परमात्मा दे नाल जुड़ते हाँ। जे नहीं तो फिर ये असी संसार दे नाल जुड़ा रहांगे। पर जदों साडे विचों वासना निकलेगी तो ये भोगां दी वासना जिहड़ी है वो भी नष्ट हो जाएगी। जब तक होमे उठती है, भाव दृश्य ते कुदरत नाल मिलाप है, तब तक द्वैत परम नहीं मिटता। तो जब अहंकार का उत्थान मिट जाएगा तद पवित्र ज्ञान स्वरूप आत्म सता ही रहेगी। सो भगवान वाल्मीकि जी सानू अखीर ते उपदेश करते हैं कि ये जिहड़ी
ਸਾਡੇ ਵਿੱਚ ਹੋਮੇ ਉੱਠਦੀ ਹੈ। ਇਹ ਜੋ ਮੈਂ ਅਹੰਕਾਰ ਵਾਲੀ ਗੱਲ ਹੈ, ਇਸ ਦਾ ਕਰਕੇ ਇਹ ਜਿਹੜੀ ਸਾਡੇ ਸਾਹਮਣੇ ਸੰਸਾਰ ਹੈ ਤੇ ਇਹ ਜੋ ਕੁਦਰਤ ਹੈ ਉਸ ਦੇ ਨਾਲ ਸਾਡਾ ਮਿਲਾਪ ਹੈ। ਉਨੀ ਦੇਰ ਤੱਕ ਸੰਸਾਰੀ ਭਰਮ ਸਾਡਾ ਨਹੀਂ ਮਿਟ ਸਕਦਾ ਜਿੰਨੀ ਦੇਰ ਤੱਕ ਸਾਡੇ ਵਿੱਚੋਂ ਅਹੰਕਾਰ ਜਿਹੜਾ ਹੈ ਉਹ ਦੂਰ ਨਹੀਂ ਹੁੰਦਾ। ਜਦੋਂ ਅਹੰਕਾਰ ਦਾ ਉਸਾਨ ਜਦੋਂ ਜਿਹੜਾ ਸਾਡੇ ਵਿੱਚੋਂ ਉੱਠਦਾ ਹੈ, ਜਦੋਂ ਉਹ ਮਿਟ ਜਾਵੇਗਾ, ਫਿਰ ਪਵਿੱਤਰ ਗਿਆਨ ਸਰੂਪ ਆਤਮ ਸਤਾ ਹੀ ਰਹੇਗੀ। ਇਹ ਵਾਸਨਾ ਨੂੰ ਅਸੀਂ ਦੂਰ ਕਰਾਂਗੇ। ਇਹ ਅਹੰਕਾਰ ਜਿਹੜਾ ਸਾਡੇ ਵਿੱਚ ਹੈ, ਇਹ ਮਨ ਦੀ ਸ਼ਕਤੀ ਜੋ ਚਿੱਤ ਹੈ, ਜਿਸ ਦਾ ਕਰਕੇ ਸਾਡੇ ਵਿੱਚ ਮੈਂ ਆ ਗਈ ਹੈ, ਉਹ ਚਿੱਤ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਖਤਮ ਕਰਨਾ ਹੈ। ਫਿਰ ਅਸੀਂ ਪਵਿੱਤਰ ਗਿਆਨ ਸਰੂਪ ਆਤਮ ਸਤਾ, ਉਹ ਜੋ ਪਰਮਾਤਮਾ ਹੈ ਉਸ ਦੀ ਜਿਹੜੀ ਸ਼ਕਤੀ ਫਿਰ ਬਾਕੀ ਰਹਿ ਜਾਂਦੀ ਹੈ। ਫਿਰ ਉਹ ਪਦ ਦੀ ਸਾਨੂੰ ਪ੍ਰਾਪਤੀ ਹੋਵੇਗੀ। ਉਸ ਪਰਮਾਤਮਾ ਦੇ ਨਾਲ ਅਸੀਂ ਜੁੜਾਂਗੇ ਜਿਸ ਦਾ ਕਰਕੇ ਸਾਡਾ ਸੰਸਾਰ ਦੇ ਵਿੱਚ ਜਨਮ ਹੋਇਆ ਹੈ। ਫਿਰ ਅਸੀਂ ਜਨਮ ਲੈਣ ਦਾ ਮਕਸਦ ਪੂਰਾ ਕਰ ਸਕਦੇ ਹਾਂ। ਆਪਣੇ ਵਿੱਚੋਂ ਇਹ ਮੈਂ ਨੂੰ ਦੂਰ ਕਰਕੇ, ਅਹੰਕਾਰ ਨੂੰ ਦੂਰ ਕਰਕੇ, ਵਾਸਨਾ ਨੂੰ ਦੂਰ ਕਰਕੇ ਫਿਰ ਅਸੀਂ ਆਪਣੀ ਆਤਮਾ ਦੇ ਨਾਲ ਜੁੜਾਂਗੇ ਔਰ ਉਹ ਆਤਮਾ ਫਿਰ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਕਰਾਏਗੀ ਔਰ ਅਸੀਂ ਉਹ ਜੋ ਸੱਚਾ ਪਰਮਾਰਥ ਦਾ ਰਸਤਾ ਹੈ ਉੱਤੇ ਚੱਲਣਾ ਸ਼ੁਰੂ ਕਰਾਂਗੇ, ਜਿਸ ਦੀ ਮੰਜ਼ਿਲ ਉਹ ਪਰਮਾਤਮਾ ਹੈ। ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਅੱਜ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਦੀਆਂ ਸਭ ਨੂੰ ਵਧਾਈਆਂ ਦਿੰਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਭਗਵਾਨ जो बोले सो नर भै, भगवान वाल्मीकि महाराज की जय। मैं तन तन आखानी सहेलियो तन सतगुर ने मेरे। मैं तन तन आखानी सहेलियो तन सतगुर ने मेरे। खानी सहेलियों कटे 84 गेड़े। तन क्यों नाया 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 खानी सहेलियों कटे 84 गेड़े। मेरी मंगनी हो गई नी सहेलियों सतगुरां दे डेरे। मेरी मंगनी हो गई नी सहेलियों सतगुरां दे डेरे। मेरी मंगनी हो गई नी सहेलियों सतगुरां दे डेरे। मेरी मंगनी हो गई नी सहेलियों सतगुरां दे डेरे। मेरी मंगनी हो गई नी सहेलियों सतगुरां दे डेरे। मेरी मंगनी हो गई नी सहेलियों सतगुरां दे डेरे। मेरे तागा बतानी सहेलियों सतसंग दा गाना। मेरे तागा बतानी सहेलियों सतसंग दा गाना। मेरा धागा बंधानी सहेलियों सतगुरां दा। मेरा धागा बन्यानी सहेलियों सतगुरां दा। मेरी जंग जो आ गई नी सहेलियों साधु संत बथेरे। मेरी जंग जो आ गई नी सहेलियों साधु संत बथेरे। मेरी जान आ गई सहेलियों आ गई सहेलियों। मेरी जंग जो आ गई नी सहेलियों साधु संत बथेरे। मेरी जंग जो आ गई नी सहेलियों साधु
सहेलियो साधु संत बतेरे मेरी जान आगे ने सहेलियो साधु संत बतेरे गुरु पंडित बनिया नी सहेलियो होगा शब्द नाल फेरे गुरु पंडित बनिया नी सहेलियो होगा शब्द नाल फेरे गुरु मणिया ने सहेलियो गुरु मणिया ने सहेलियो गुरु पंडित बनिया नी सहेलियो होगा शब्द नाल फेरे गुरु पंडित बनिया नी सहेलियो होगा शब्द नाल फेरे गुरु पंडित बनिया ने सहेलियो होगा गुरु पंडित बनिया ने सहेलियो होगा शब्द नाल फेरे गुरु मत्ता दिंदे नी सहेलियो सिमरन करी हर वेले गुरु मत्ता दिंदे नी सहेलियो सिमरन करी हर वेले गुरु मत्ता दिंदे नी सहेलियो वेले गुरु मत्ता दिंदे नी सहेलियो वेले मेरी डोली तुर गई नी सहेलियो सत गुरां दे डेरे मेरी डोली तुर गई नी सहेलियो सत गुरां दे डेरे मेरी डोली तर गई नी सहेलियो सत गुरां दे डेरे मेरी डोली तर गई नी सहेलियो सत गुरां दे डेरे मैं जाके डिठा नी सहेलियो सतगुर बैठे मेरे मैं जाके डिठा नी सहेलियो सतगुर बैठे मेरे मैं जाके देखा नी सहेलियो सतगुर पे मेरे मैं जाके देखा नी सहेलियो मेरे मैं सदा सुहागन नी सहेलियो सतगुर हो गए मेरे मैं सदा सुहागन नी सहेलियो सतगुर हो गए मेरे मैं सदा सहागण नी सहेलियो सतगुर हो गए मेरे मैं सदा सहागण नी सहेलियो सतगुर हो गए मेरे मैं गुरां दी हो गई नी सहेलियो सतगुर हो गए मेरे मैं गुरां दी हो गई नी सहेलियो सतगुर हो गए मेरे मैं गुरां दी हो गई नी सहेलियो सतगुर हो गए मेरे मैं गुरां दी हो गई नी सहेलियो सतगुर हो गए मेरे जो बोले सो निर्भय भगवान वाल्मीकि महाराज की जय। मेरे दाता वाल्मीकि मेरे दाता वाल्मीकि मेरी अर्जी मेरे मालिक ताही मेरी अर्जी मेरे मालिक ताही मैनू रख लई सेवादार मेरी अर्जी मेरे मालिक ताही मेरी अर्जी मेरे मालिक ताही मैनू रख लई सेवादार नजरा दे विच रख लई मैनू मेरी अर्ज सची सरकार मेरी अर्जी मेरे मालिक ताही मैनू
रख लई सेवादार। मेरे विच गुण एक भी नाही, तेरा अवगुण परयादास। मेरे विच गुण एक भी नाही, तेरा अवगुण परयादास। हाथ बन के है बिनती मेरी, मैनू रख चरना दे नाल। मेरी अर्जी मेरे मालिक ताही, मेरी अर्जी मेरे मालिक ताही, मैनू रख चरना दे नाल। सेवा विखे सिर्फ सतगुरु लिखया, बाकी खाने खाली। सेवा विखे सिर्फ सतगुरु लिखया, बाकी खाने खाली। आखिर दे विच नाम नहीं लिखया, बस जान ली जानन हार। मेरी अर्जी मेरे मालिक ताही, मेरी अर्जी मेरे मालिक ताही, मैनू रख लई सेवादार। सेवा बदले सिद्धुए होई मंगदा, बस तूड़ मिले तेरे दर दी। सेवा बदले सिद्धुए होई मंगदा, बस तूड़ मिले तेरे दर दी। आंदा जांदा कदे दे दें दर्शन, मैनू बख्श देवी बख्शण हार। मेरी अर्जी मेरे मालिक ताही, मेरी अर्जी मेरे मालिक ताही, मैनू रख लई सेवादार। नज़रा दे विच रख लई मैनू, मेरी अर्ज सची सरकार। मेरी अर्जी मेरे मालिक ताही, मैनू रख लई सेवादार। मैनू रख चरना दे नाल, मेरी अर्ज सची सरकार। वाल्मीक ब्रह्मांड दा करता पालनहार,
पहरा उसदा शक्ति दा अवतार मौत लोक दे जियां दी करन लई कल्याण रूप तार इंसान दा आया खुद भगवान आया खुद भगवान सागा मादा निसा सानिदा मागा सागा सा भारत खंड में परगट आयो भारत खंड में परगट आयो आदि गुरु प्रभु वाल्मीक जी आदि गुरु प्रभु वाल्मीक जी भारत खंड में परगट आयो भारत खंड में परगट आयो आदि गुरु प्रभु वाल्मीक जी आदि गुरु प्रभु वाल्मीक जी भारत खंड में परगट आयो भारत खंड में परगट आयो उदों जदों सारा ब्रह्मंड हसी मेरा तुलदुकार ना कोई पशु ना परिंदा कोई नर नार उदों जदों सारा ब्रह्मंड हसी मेरा तुलदुकार ना कोई पशु ना परिंदा कोई नर नार ना सी सूरज जाने मेरे सितारे नासी सूरज जाने मेरे सितारे नासी बाग नासी फुल्ला दे हुलारे भारत खंड में परगट आयो भारत खंड में परगट आयो आदि गुरु प्रभु वाल्मीक जी आदि गुरु प्रभु वाल्मीक जी भारत खंड में परगट आयो भारत खंड में परगट आयो वाल्मीकि भगवान
भारत खंड में प्रगट आयो। आदि गुरु प्रभु वाल्मीक जी, आदि गुरु प्रभु वाल्मीक जी, भारत खंड में प्रगट आयो। भारत खंड में प्रगट आयो। मोदे नूर दाज होर चन्न सूरज सितारे, पिया सारा ब्रह्मंड योगी आरती उतारे। मोदे नूर दाज होर चन्न सूरज सितारे, पिया सारा ब्रह्मंड योगी आरती उतारे। ओदी को जब कमाई विचों गोये कुर्बान, ओदी जो कादी कमादी विचों जाए कुर्बान। ओदे हुक्म अनुसार आया रग उत्ते राम, भारत खंड में प्रगट आयो। भारत खंड में प्रगट आयो। आदि गुरु प्रभु वाल्मीक जी, आदि गुरु प्रभु वाल्मीक जी, भारत खंड में प्रगट आयो। भारत 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 खंड में प्रगट आयो। भारत खंड में प्रगट आयो। भारत खंड में प्रगट आयो। भारत 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 खंड में प्रगट आयो। आदि गुरु। गुरु प्यारी साध संगत जी, भगवान वाल्मीकि जी के प्रगट दिहाड़े ते आप सब नूं लख लख बधाई होवे। उच्चे 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 सतगुर मेरे वाल्मीकि भगवान, ना तो ऊंचा होर न कोई, ताइयों ने भगवान प्रभु वाल्मीकि जी दा जे सदका ना हुंदा, ना सीता राम लक्ष्मण दे कदे नाम ना हुंदे। पूजो वाल्मीकि भगवान, पूजो वाल्मीकि भगवान, पूजो वाल्मीकि भगवान, वाल्मीकि भगवान, पूजो वाल्मीकि भगवान, वाल्मीकि भगवान, पूजो वाल्मीकि भगवान, वाल्मीकि भगवान, पूजो वाल्मीकि भगवान। जिने कीते काम महान, पूजो वाल्मीकि भगवान। पूजो वाल्मीकि
वाल्मीकि भगवान, पूज वाल्मीकि भगवान। तमसा नदी दे किनारे, तमसा नदी दे किनारे, हर एक दा कीता कल्याण। पूज वाल्मीकि भगवान, पूज वाल्मीकि भगवान, वाल्मीकि भगवान, पूज वाल्मीकि भगवान। राम ने सीता सीधर करी, वाल्मीकि बने उपकारी। राम ने सीता सीधर कारी, वाल्मीकि जी बने उपकारी। पुत्री दासी बख्शे अमान, पुत्री दासी बख्शे अमान। पूज वाल्मीकि भगवान, पूज वाल्मीकि भगवान, पूज वाल्मीकि भगवान, वाल्मीकि भगवान, पूज वाल्मीकि भगवान। कीत जना का ममान, कीत जना का महान। पूज वाल्मीकि भगवान, पूज वाल्मीकि भगवान, वाल्मीकि भगवान, पूजा वाल्मीकि भगवान। शास्त्र विद्या ते पढ़ाई, शास्त्र विद्या ते पढ़ाई। लव कुछ हर कला सिखाई, लव कुछ हर कला सिखाई। दोनों जोगे बलि कहो, पूज वाल्मीकि भगवान, पूज वाल्मीकि भगवान, पूज वाल्मीकि भगवान। लव के सजे बाण करारे, बाण करारे। लव कुछ सजे बाण करारे, रामचंद्र ते लक्ष्मण हारे। लव कुछ सजे बाण करारे, रामचंद्र ते लक्ष्मण हारे। मथा लापस तौण, पूज वाल्मीकि भगवान, वाल्मीकि भगवान, पूज वाल्मीकि भगवान। कीत जिना काम महान, कीत जिना काम महान। पूज वाल्मीकि भगवान, पूज वाल्मीकि भगवान। महेंद्र मेहरू समा विचारिया, प्रभु वाल्मीकि जी ने जद सल्टा मारिया। मोए उठते शुक्र मनान, मोए उठते शुक्र मनान, मोए उठते शुक्र मनान। पूजो वाल्मीकि भगवान, पूजो वाल्मीकि भगवान, वाल्मीकि भगवान, पूज वाल्मीकि भगवान। कीत जिना काम महान, कीत जिना काम महान। पूजो वाल्मीकि भगवान, पूज वाल्मीकि भगवान, पूज वाल्मीकि भगवान, पूज वाल्मीकि भगवान। जो बोले सो निर्भय भगवान वाल्मीकि महाराज की जय। जो बोले सो निर्भय सतगुरु रविदास महाराज की जय।